ਹੈਲਥ ਪਲੱਸ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਡਾਕਟਰ ਆਦਰਸ਼ ਹਾਰਟ ਐਂਡ ਸੁਪਰ ਸਪੈਸ਼ਲਿਟੀ ਹਸਪੀਟਲ ਅੰਮ੍ਰਿਤਸਰ ਵਿਖੇ, ਜਿੱਥੇ ਹਰ ਤਰ੍ਹਾਂ ਦੀ ਕੋਰੋਨਰੀ ਐਂਜੀਓਗ੍ਰਾਫੀ, ਸਟੈਂਟਿੰਗ, ਪੇਸਮੇਕਰਸ, ਕਾਰਡੀਅਕ और ਹੋਰ ਸਰਜਰੀਜ਼ ਕੀਤੀਆਂ ਜਾਂਦੀਆਂ ਨੇ। ਸਾਡੀ ਟੀਮ ਨੇ ਪ੍ਰੋਫੈਸਰ ਡਾਕਟਰ ਆਦਰਸ਼ ਕੁਮਾਰ ਜੀ ਨਾਲ ਗੱਲਬਾਤ ਕੀਤੀ, ਜੋ ਕਿ ਕੰਸਲਟੈਂਟ ਕਾਰਡੀਓਲੋਜਿਸਟ ਨੇ, ਜਿਨ੍ਹਾਂ ਨੇ ਸਾਨੂੰ ਹਸਪੀਟਲ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। डॉक्टर साहब जो ਕੰਬੀਨੇਸ਼ਨ ਡਾਕਟਰ ਆਦਰਸ਼ ਹਾਰਟ ਸੁਪਰ ਸਪੈਸ਼ਲਿਟੀ ਦੇ ਵਿੱਚ ਹੋ ਰਿਹਾ ਹੈ, ਜਿਸ ਤਰੀਕੇ ਨਾਲ ਤੁਹਾਡਾ ਪੁਰਾਣਾ ਲੰਬਾ ਐਕਸਪੀਰੀਅੰਸ ਔਰ ਡਾਕਟਰ ਸਾਹਿਬ ਦਾ ਜਿਹੜਾ ਹੈਗਾ ਡਾਕਟਰ ਵਰਨ ਜੀ, ਉਹਨਾਂ ਦਾ ਜਿਹੜਾ ਮਾਡਰਨਾਈਜੇਸ਼ਨ ਦੀਆਂ ਸਾਰੀ ਕੈਥ ਲੈਬ ਔਰ ਹੋਰ ਜਿਹੜੀਆਂ ਫੈਸਿਲਿਟੀਜ਼ ਲੈ ਕੇ ਉਹ ਆਏ ਨੇ, ਕੀ ਕਹਿਣਾ ਚਾਹੋਗੇ ਕਿ ਇੱਕ ਕੰਪਲੀਟ ਹਾਰਟ ਦਾ ਜਿਹੜਾ ਹੈਗਾ ਹਸਪੀਟਲ ਹੈ, ਜਿਹਦੇ 'ਚ ਬੰਦਾ ਆ ਜਾਵੇ, ਚਾਹੇ ਉਹ ਵਾਲਵਸ ਦੀ ਗੱਲ ਹੈ, ਚਾਹੇ ਉਹ ਪੇਸਮੇਕਰ ਦੀ ਗੱਲ ਹੈ, ਚਾਹੇ ਉਹ ਐਂਜੀਓਗ੍ਰਾਫੀ ਦੀ ਗੱਲ ਹੈ, ਐਂਜੀਓਪਲਾਸਟੀ ਦੀ ਗੱਲ ਹੈ, ਹਰ ਚੀਜ਼ ਇਸ ਹਸਪੀਟਲ ਦੇ ਵਿੱਚ ਅਵੇਲੇਬਲ ਹੈ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਵੀ ਔਰ ਸਾਰੇ ਅੰਮ੍ਰਿਤਸਰ ਪੰਜਾਬ ਨਿਵਾਸੀਆਂ ਨੂੰ ਹੋਲੀ ਦੀ ਮੁਬਾਰਕ ਦਿੰਦਾ ਹਾਂ ਔਰ ਸ਼ੁਭ ਸ਼ਾਮਾਂ ਦਿੰਦਾ ਹਾਂ। ਡਾਕਟਰ ਆਦਰਸ਼ ਹਾਰਟ ਐਂਡ ਸੁਪਰ ਸਪੈਸ਼ਲਿਟੀ ਹਸਪੀਟਲ ਦੇ ਵਿੱਚ ਹਾਰਟ ਦੀਆਂ ਜੋ ਵੀ ਲੇਟੈਸਟ ਇਸ ਵੇਲੇ ਵਰਲਡ 'ਚ ਸਾਰੀਆਂ ਮਤਲਬ ਟੈਕਨੋਲੋਜੀਜ਼ ਅਵੇਲੇਬਲ ਹੈ, ਉਹ ਸਾਰੀਆਂ ਡਾਕਟਰ ਵਰਨ ਮੋਹਨ ਜੀ ਵੱਲੋਂ ਔਰ ਹੋਰ ਸਾਰੀ ਟੀਮ ਵੱਲੋਂ, ਉਹਨਾਂ ਦੇ ਮਿਸਿਸ ਡਾਕਟਰ ਨੇਹਾ ਮੋਹਨ ਦੇ ਜਿਹੜਾ ਪੈਥੋਲੋਜਿਸਟ ਨੇ ਔਰ ਸਾਡੇ ਮੈਡੀਕਲ ਸੁਪਰਿੰਟੈਂਡੈਂਟ ਨੇ, ਉਹਨਾਂ ਦੀ ਗਾਈਡੈਂਸ ਦੇ ਵਿੱਚ ਉਹ ਸਾਰੇ ਪ੍ਰੋਸੀਜਰ ਜਿਹੜੇ ਹੈ ਉਹ ਬਿਲਕੁਲ ਜਾਇਜ਼ ਰੇਟਸ ਦੇ ਵਿੱਚ, ਵਾਜਿਬ ਰੇਟਸ ਦੇ ਵਿੱਚ ਕੀਤੇ ਜਾਂਦੇ ਹਨ, ਜਿਹਦੇ ਵਿੱਚ ਗਰੀਬ ਮਰੀਜ਼ਾਂ ਦਾ ਵੀ ਖਿਆਲ ਰੱਖਿਆ ਜਾਂਦਾ ਹੈ। ਤੁਸੀਂ ਗੱਲ ਕੀਤੀ ਹੈ ਵਾਲਵ ਦੀ ਟ੍ਰੀਟਮੈਂਟ ਦਾ, ਜਿਹਨਾਂ ਦੇ ਦਿਲ 'ਚ ਹੋਲ ਹੁੰਦੀ ਹੈ, ਜਿਹਨਾਂ ਜਨਮ ਤੋਂ ਛੇਦ ਹੁੰਦਾ ਦਿਲ 'ਚ, ਜਾਂ ਜਿਨ੍ਹਾਂ ਦੀ ਐਂਜੀਓਪਲਾਸਟੀ, ਸਟੈਂਟਿੰਗ ਔਰ ਪੇਸਮੇਕਰ ਪਾਣੇ ਹੈ, ਜਾਂ ਜਿਨ੍ਹਾਂ ਦੀਆਂ ਲੱਤਾਂ ਦੀਆਂ ਨਾੜੀਆਂ ਬਲੌਕ ਹੈ, ਉਹਨਾਂ ਦੀ ਵਿੱਚ ਵੀ ਸਟੈਂਟਿੰਗ ਜਿਹੜੀ ਡਾਕਟਰ ਵਰਨ ਮੋਹਨ ਜੀ ਵੱਲੋਂ ਕੀਤੀ ਜਾਂਦੀ ਹੈ। ਸੋ ਇਹ ਸਾਰੀਆਂ ਜਿਹੜੀਆਂ ਲੇਟੈਸਟ ਟੈਕਨੋਲੋਜੀਜ਼ ਔਰ ਟੈਕਨੀਕਸ ਹੈ, ਈਵਨ ਬ੍ਰੇਨ ਦੀ ਜਿਹੜੀ ਆਰਟਰੀਜ਼ ਹੈਗੀਆਂ, ਕਰੋਟਿਡ ਆਰਟਰੀਜ਼ ਉਹਨਾਂ ਨੂੰ ਬੋਲਦੇ ਆ, ਉਹਨਾਂ ਦੀ ਸਟੈਂਟਿੰਗ ਵੀ ਡਾਕਟਰ ਵਰਨ ਸਾਹਿਬ ਵੱਲੋਂ ਕੀਤੀ ਜਾਂਦੀ ਹੈ। ਤੋ ਦੱਸਣ ਦਾ ਮਤਲਬ ਹੈ ਕਿ ਇਹਨੇ ਵੈਰੀ ਹੰਬਲ ਵੇ ਅਸੀਂ ਕਹਿਣਾ ਚਾਹਾਂਗੇ ਕਿ ਗਰੀਬ ਮਰੀਜ਼ਾਂ ਲਈ ਅਸੀਂ ਖਾਸ ਖਿਆਲ ਰੱਖਦੇ ਹਾਂ, ਔਰ ਉਸ ਤੋਂ ਇਲਾਵਾ ਉਹਨਾਂ ਨੂੰ ਇਹ ਸਾਰੀਆਂ ਜਿਹੜੀਆਂ ਲੇਟੈਸਟ ਵਰਲਡ ਕਲਾਸ ਫੈਸਿਲਿਟੀਜ਼ ਹੈ ਉਹਨਾਂ ਤੱਕ ਪਹੁੰਚਣ, ਇਹੀ ਸਾਡੇ ਹਸਪਤਾਲ ਦਾ ਮੇਨ ਮਕਸਦ ਹੈਗਾ। ਇਸ ਤੋਂ ਇਲਾਵਾ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਮਤਲਬ ਜਿਹੜੇ ਪੇਸ਼ੈਂਟਸ ਨੂੰ ਇਹ ਹਾਰਟ ਦੀਆਂ ਪ੍ਰੋਬਲਮਸ ਨੇ, ਉਹਨਾਂ ਨੂੰ ਪ੍ਰੀਵੈਂਸ਼ਨ ਵੀ ਦੱਸੀ ਜਾਵੇ ਇਹਦੇ ਵਾਸਤੇ, ਔਰ ਉਹਦੇ ਵਾਸਤੇ ਅਸੀਂ ਜਿਹੜੇ ਹੈਲਥ ਐਜੂਕੇਸ਼ਨ ਕੈਂਪਸ ਵਗੈਰਾ, ਪੈਂਫਲੇਟਸ ਵਗੈਰਾ ਉਹ ਪਾਉਂਦੇ ਰਹਿੰਦੇ ਹਾਂ, ਜਿਹਦੇ ਵਿੱਚ ਲੋਕਾਂ ਨੂੰ ਗਾਈਡੈਂਸ ਦਿੱਤੀ ਜਾਂਦੀ ਕਿ ਆਪਣਾ ਸ਼ੂਗਰ, ਬਲੱਡ ਪ੍ਰੈਸ਼ਰ, ਹਾਰਟ ਦੀ ਬਿਮਾਰੀ ਦੀਆਂ ਦਵਾਈਆਂ ਇਹ ਸਾਰੀਆਂ ਪ੍ਰੋਪਰ ਲਓ, ਔਰ ਆਪਣਾ ਡਾਈਟ ਦਾ ਖਿਆਲ ਰੱਖੋ, ਫਿਜ਼ੀਕਲ ਐਕਟੀਵਿਟੀ ਦਾ ਖਿਆਲ ਰੱਖੋ। ਇਹ ਚੀਜ਼ਾਂ ਜਿਹੜੀਆਂ ਇਹ ਬਹੁਤ ਜ਼ਰੂਰੀ ਨੇ ਇਲਾਜ ਤੋਂ ਇਲਾਵਾ। ਡਾਕਟਰ ਸਾਹਿਬ, ਜਿਸ ਤਰੀਕੇ ਦੀ ਅੱਜ ਤੋਂ 35-40 ਸਾਲ ਪਹਿਲਾਂ ਜਦੋਂ ਤੁਸੀਂ ਪ੍ਰੈਕਟਿਸ ਸ਼ੁਰੂ ਕੀਤੀ, ਉਹ ਸਮਾਂ ਤੇ ਅੱਜ ਦਾ ਸਮਾਂ, ਕੀ ਕਹਿਣਾ ਚਾਹੋਗੇ ਕਿ ਉਸ ਟਾਈਮ ਦੇ ਉੱਤੇ ਤਾਂ ਕੋਈ ਇਨਵੈਸਟੀਗੇਸ਼ਨਸ ਵੀ ਇੰਨੀਆਂ ਜ਼ਿਆਦਾ ਨਹੀਂ ਹੁੰਦੀਆਂ ਸੀਗੀਆਂ, ਔਰ ਤੁਸੀਂ ਸਿੰਪਟਮਸ ਨੂੰ ਦੇਖ ਕੇ, ਪੇਸ਼ੈਂਟ ਦਾ ਮਾਈਂਡ ਸੈਟਅਪ ਦੇਖ ਕੇ ਉਹਨੂੰ ਤੁਸੀਂ ਜਿਹੜਾ ਰਿਕੋਗਨਾਈਜ਼ ਕਰਦੇ ਸੀ, ਔਰ ਉਸ ਤੋਂ ਬਾਅਦ ਅੱਜ ਇਹ ਮਸ਼ੀਨਰੀ ਵੀ ਨਵੀਂ ਆ ਗਈ, ਅਤੇ ਦੋਨੋਂ ਚੀਜ਼ਾਂ ਦਾ ਜਿਹੜਾ ਕੰਬੀਨੇਸ਼ਨ ਆ, ਹਾਰਟ ਦੀ ਮੋਰਟੈਲਿਟੀ ਤੁਸੀਂ ਬਹੁਤ ਜ਼ਿਆਦਾ ਉਹਦੇ 'ਤੇ ਕਾਬੂ ਪਾ ਲਿਆ ਹੈਗਾ, ਕਿਉਂਕਿ ਮੌਤ ਦੀ ਦਰ ਅੱਗੇ ਹਾਰਟ ਦੀ, ਜਦੋਂ ਕਿਸੇ ਨੂੰ ਹਾਰਟ ਅਟੈਕ ਹੋ ਜਾਂਦਾ ਸੀ ਤਾਂ ਤਕਰੀਬਨ ਨਿਰਾਸ਼ਾ ਹੱਥ ਲੱਗਦੀ ਸੀਗੀ, ਲੇਕਿਨ ਹੌਲੀ ਹੌਲੀ ਜਿਸ ਤਰੀਕੇ ਦੇ ਨਾਲ ਮਸ਼ੀਨਰੀ, ਜਿਸ ਤਰੀਕੇ ਦੇ ਨਾਲ ਮੈਡੀਸਨ, ਔਰ ਜਿਸ ਤਰੀਕੇ ਨਾਲ ਐਕਸਪੀਰੀਅੰਸ ਡਾਕਟਰ ਵਰਨ ਮੋਹਨ ਵਰਗੇ ਜਿਹੜੇ ਅਗਾਊਂ ਦੇ ਡਾਕਟਰਸ ਨੇ, ਜਿਸ ਤਰੀਕੇ ਦੇ ਨਾਲ ਨਵੀਆਂ ਟੈਕਨੀਕਸ ਲੈ ਕੇ ਆਏ, ਕੀ ਕਹਿਣਾ ਚਾਹੁੰਦੇ? ਅਸੀਂ ਇਹ ਕਹਿਣਾ ਚਾਹਾਂਗੇ ਕਿ ਸਭ ਤੋਂ ਪਹਿਲਾਂ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਸਾਡੇ ਹਸਪਤਾਲ ਵਿੱਚ ਪੁਰਾਣੀ ਟੈਕਨੀਕਸ ਔਰ ਸਾਰੀਆਂ ਲੇਟੈਸਟ ਨਵੀਂ ਟੈਕਨੀਕਸ ਦਾ ਕੰਬਾਈਨਡ ਯੂਜ਼ ਕੀਤਾ ਜਾਂਦਾ ਹੈ, ਤਾਂ ਕਿ ਜਿਹੜੀਆਂ ਪੁਰਾਣੀਆਂ ਚੀਜ਼ਾਂ ਹੈ ਇਹਦੇ ਵਿੱਚ ਅਸੀਂ ਕਹਿੰਦੇ ਹਾਂ ਕਲੀਨਿਕਲ ਜਜਮੈਂਟ ਜੋ ਮੈਂ ਆਪਣੇ ਮਰੀਜ਼ ਨੂੰ ਆਪ ਦੇਖ ਕੇ, ਜਾਂ ਡਾਕਟਰ ਵਰਨ ਨੇ ਜੋ ਮਰੀਜ਼ ਨੂੰ ਚੈੱਕ ਕਰਕੇ ਦੇਖ ਕੇ ਔਰ ਉਹਦੀ ECG ਦੇ ਬੇਸ 'ਤੇ ਡਾਇਗਨੋਸਿਸ ਕਰਨਾ ਹੈ, 90% ਤਾਂ ਬਿਮਾਰੀਆਂ ਉਹਨਾਂ ਨਾਲ ਹੀ ਡਿਟੈਕਟ ਹੁੰਦੀਆਂ ਜੇ ਅਸੀਂ ਚੰਗੀ ਤਰ੍ਹਾਂ ਪੇਸ਼ੈਂਟ ਨੂੰ ਦੇਖੀਏ। ਲੇਟੈਸਟ ਟੈਕਨੀਕਸ ਜਿਹੜੀਆਂ ਉਹ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਨੇ। ਹਾਂ, ਇਹ ਜ਼ਰੂਰ ਹੈ ਕਿ ਹਾਰਟ ਅਟੈਕ ਦੀ ਟ੍ਰੀਟਮੈਂਟ ਜਿਹੜੀ ਉਹ ਬਹੁਤ ਜ਼ਿਆਦਾ ਰੈਵੋਲੂਸ਼ਨਾਈਜ਼ ਹੋ ਗਈ ਹੈ ਹੁਣ। ਪਹਿਲਾਂ ਅੱਜ ਤੋਂ ਕੋਈ 25 ਸਾਲ 30 ਸਾਲ ਪਹਿਲਾਂ ਹਾਰਟ ਅਟੈਕ ਨਾਲ ਕੋਈ ਰਫਲੀ ਅਸੀਂ ਕਹਿੰਦੇ ਸੀ 20 ਤੋਂ 25% ਮੋਰਟੈਲਿਟੀ ਸੀਗੀ, ਜਿਹੜੀ ਕਿ ਹੁਣ ਲੇਟੈਸਟ ਟੈਕਨੀਕਸ ਨਾਲ ਔਰ ਠੀਕ ਟਾਈਮ 'ਤੇ ਪ੍ਰੋਪਰ ਟ੍ਰੀਟਮੈਂਟ ਦੇਣ ਦੇ ਨਾਲ, ਪੇਸ਼ੈਂਟ ਨੂੰ ਪ੍ਰੋਪਰ ICCU ਮੈਨੇਜਮੈਂਟ ਦੇ ਨਾਲ, ਉਹ ਮੋਰਟੈਲਿਟੀ ਔਰ ਡੈਥ ਰੇਟ ਜਿਹੜਾ ਹੈ ਉਹ 10% ਤੋਂ ਵੀ ਹੁਣ ਘੱਟ ਜਿਹੜਾ ਹੈਗਾ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਇਸ ਤਰ੍ਹਾਂ ਪੋਸੀਬਲ ਹੋਈਆਂ ਕਿ ਜਿਹਦੇ ਵਿੱਚ ਅਸੀਂ ਪੁਰਾਣੀਆਂ ਔਰ ਨਵੀਂ ਟੈਕਨੀਕਸ ਨੂੰ ਕੰਬਾਈਨ ਕਰਕੇ ਜਿਹੜਾ ਹੈ ਉਹ ਯੂਜ਼ ਕਰੀਏ। ਹੁਣ ਅਸੀਂ ਅੱਜ ਕੱਲ੍ਹ ਜਿਹੜੇ ਪੇਸ਼ੈਂਟ ਹਾਰਟ ਅਟੈਕ ਦੇ ਆਉਂਦੇ ਹਨ, ਉਹਨਾਂ ਦੇ ਵਿੱਚ ਇੱਕ ਬਹੁਤ ਹੀ ਇੰਪੋਰਟੈਂਟ ਜਿਹੜੀ ਟ੍ਰੀਟਮੈਂਟ ਅਸੀਂ ਅੱਜ ਕੱਲ੍ਹ ਦੇ ਰਹੇ ਹਾਂ, ਉਹਨੂੰ ਅਸੀਂ ਬੋਲਦੇ ਹਾਂ ਪ੍ਰਾਇਮਰੀ ਐਂਜੀਓਪਲਾਸਟੀ। ਜਿਹੜੇ ਪੇਸ਼ੈਂਟ ਬਹੁਤ ਸੀਰੀਅਸ ਹਾਰਟ ਅਟੈਕ ਨਾਲ ਆਉਂਦੇ ਸੀ, ਉਹ ਆਲਮੋਸਟ 80% 70 ਤੋਂ 80% ਉਹਨਾਂ ਦੀ ਮੋਰਟੈਲਿਟੀ ਹੋ ਜਾਂਦੀ ਹੈ, ਜੋ ਸ਼ੌਕ ਵਿੱਚ ਹੋਣ ਜਾਂ ਉਹਨਾਂ ਦੀ ਮਤਲਬ ਕੰਪਲੀਕੇਸ਼ਨ ਕੋਈ ਹੋਵੇ।
ਜੇ ਅਸੀਂ ਉਹ ਪਹਿਲੇ 6 ਘੰਟੇ ਦੇ ਵਿੱਚ ਪੇਸ਼ੈਂਟ ਆਂਦਾ ਹੈ ਹਾਰਟ ਅਟੈਕ ਦਾ, ਤੇ ਉਹਨੂੰ ਅਸੀਂ ਉਸ ਵੇਲੇ ਐਮਰਜੈਂਸੀ ਬੇਸਿਸ ਤੇ ਸਟੈਂਟ ਵਗੈਰਾ ਪਾ ਕੇ ਉਹਨੂੰ ਅਸੀਂ ਕਹਿੰਦੇ ਪ੍ਰਾਇਮਰੀ ਐਂਜੀਓਪਲਾਸਟੀ ਐਂਡ ਸਟੈਂਟਿੰਗ ਉਹ ਕਰੀਏ, ਤਾਂ ਇਹਦੇ ਨਾਲ ਜਿਹੜੇ ਬਹੁਤ ਹੀ ਕ੍ਰਿਟੀਕਲ ਇਲ ਹਾਰਟ ਦੇ ਪੇਸ਼ੈਂਟਸ ਹਾਰਟ ਅਟੈਕ ਹੁੰਦੇ ਉਹਨਾਂ ਵਿੱਚ ਵੀ ਡੈਥ ਰੇਟ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਿਆ ਹੈ। ਸਪੈਸ਼ਲੀ ਇੱਕ ਹੋਰ ਮਸ਼ੀਨ ਹੁੰਦੀ ਹੈ ਇੰਟਰਾਇਓਟਿਕ ਬੈਲੂਨ ਪੰਪ, ਉਹ ਜੇ ਅਸੀਂ ਸਟੈਂਟਿੰਗ ਦੇ ਨਾਲ ਯੂਜ਼ ਕਰੀਏ ਉਸ ਵੇਲੇ ਆਪਰੇਸ਼ਨ ਵੇਲੇ, ਉਹਦੇ ਨਾਲ ਹੋਰ ਵੀ ਜ਼ਿਆਦਾ ਜਿਹੜੀਆਂ ਪੇਸ਼ੈਂਟ ਦੀਆਂ ਕੰਪਲੀਕੇਸ਼ਨ ਕੰਟਰੋਲ ਹੋ ਸਕਦੀਆਂ ਹਨ। ਸੋ ਇਹ ਜਿਹੜੀਆਂ ਨਵੀਂ ਟੈਕਨੋਲੋਜੀਜ਼ ਹੈਗੀਆਂ, ਜਿਸ ਤਰ੍ਹਾਂ ਇੱਕ ਪਹਿਲਾਂ ਸੀਗਾ ਕਿ ਜੇ 2 ਇਕੱਠੀਆਂ ਬ੍ਰਾਂਚਾਂ ਹੈਗੀਆਂ ਬਲੌਕ ਤੋਂ ਇਕੱਠੀਆਂ ਠੀਕ ਨਹੀਂ ਹੋ ਸਕਦੀਆਂ ਸੀ, ਉਹਨਾਂ ਨੂੰ ਕਹਿੰਦੇ ਸੀ ਬਾਈਫਰਕੇਸ਼ਨ ਲੀਆਂ। ਅੱਜ ਕੱਲ੍ਹ ਡਾਕਟਰ ਵਰੁਣ ਨੇ ਲੇਟੈਸਟ ਟੈਕਨੀਕਸ ਜਿਹੜੀਆਂ ਸਿੱਖ ਕੇ ਜਿਹੜੇ ਬਾਹਰੋਂ ਵੀ ਆਏ ਹਨ, ਉਹਨਾਂ ਦੇ ਨਾਲ ਉਹ ਜਿਹੜੀਆਂ ਕੰਪਲੀਕੇਟਡ ਲੀਅਨ ਸੀਗੀਆਂ ਜਾਂ ਬਿਮਾਰੀਆਂ ਸੀ ਹਾਰਟ ਅਟੈਕ ਦੇ ਦੌਰਾਨ, ਉਹਨਾਂ ਨੂੰ ਵੀ ਕੰਟਰੋਲ ਕਰਨ ਵਿੱਚ ਲੇਟੈਸਟ ਟੈਕਨੀਕਸ ਕਾਫੀ ਉਹਨਾਂ ਨੇ ਜਿਹੜੀਆਂ ਯੂਜ਼ ਕੀਤੀਆਂ ਉਹ ਹੈਲਪਫੁਲ ਸਾਬਤ ਹੋਈਆਂ ਹਨ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਜਿਹੜਾ ਸਾਨੂੰ ਹਰ ਵਾਰ ਦੀ ਤਰ੍ਹਾਂ ਅੱਜ ਹੋਲੀ ਦੇ ਮੌਕੇ ਦੇ ਉੱਤੇ ਵੀ ਪੰਜਾਬ ਪੁਲਿਸ ਨੂੰ ਸਮਾਂ ਦਿੱਤਾ ਕਿ ਅਸੀਂ ਇਸ ਅਗਾਂਹ ਵਧੂ ਹਸਪੀਟਲ, ਕਿਉਂਕਿ ਜਦੋਂ ਅਸੀਂ ਆਉਂਦੇ ਕੋਈ ਨਾ ਕੋਈ ਚੀਜ਼ ਨਵੀਂ, ਜਿੱਦਾਂ ਹੁਣ ਤੁਸੀਂ ਪ੍ਰਾਇਮਰੀ ਦਾ ਜਿਹੜਾ ਐਂਜੀਓਪਲਾਸਟੀ ਵਾਲਾ ਜਿਹੜਾ ਕਰਿਆ ਹੈਗਾ, ਕਿਉਂਕਿ ਉਸ ਟਾਈਮ ਦੇ ਉੱਤੇ ਬਹੁਤ ਲੋਡ ਹੁੰਦੀ ਆ, ਜਲਦੀ ਹੁੰਦੀ ਆ, ਔਰ ਪੇਸ਼ੈਂਟ ਦੀ ਐਂਗਜ਼ਾਇਟੀ ਇੰਨੀ ਜ਼ਿਆਦਾ ਹੁੰਦੀ ਆ, ਜਿਸ ਤਰੀਕੇ ਨਾਲ ਤੁਸੀਂ 6 ਘੰਟਿਆਂ ਦੇ ਵਿੱਚ ਅਗਰ ਪੇਸ਼ੈਂਟ ਇੱਥੇ ਪਹੁੰਚ ਜਾਂਦਾ ਹੈਗਾ ਆਦਰਸ਼ ਹਸਪੀਟਲ ਦੇ ਡਾਕਟਰ ਸਾਹਿਬ ਨੂੰ ਮਿਲ ਲੈਂਦਾ ਹੈਗਾ, ਔਰ ਇਹ ਐਂਜੀਓਪਲਾਸਟੀ ਜਿਹੜੀ ਹੈਗੀ ਆ ਪ੍ਰਾਇਮਰੀ ਹੋ ਜਾਂਦੀ ਹੈ, ਤਾਂ ਉਹ ਜ਼ਿੰਦਗੀ ਬਚ ਸਕਦੀ ਹੈ। ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। बहुत बहुत धन्यवाद जी। बस सर साडा कैरी होम मैसेज जो फाइनल है वो यही है कि हार्ट दी बीमारियां जिहड़ियां हैं उन्होंने ट्रीटमेंट तो इलावा उन्होंने प्रिवेंशन ज़्यादा अच्छी है, क्योंकि हार्ट दी बीमारियों की ट्रीटमेंट आम तौर पर समझा जाता है कि खुरे हार्ट दी बीमारियां शहर दे विच हुंदियां हन, लेकिन अजकल साडा जिहड़ा बहुत ही डिप्रैसिंग जिहड़ा साडा व्यू हैगा और देखने में आया है वो है कि पिंडां दे विच भी साडे उन्ने ही हार्ट अटैक दे और हार्ट दे मरीज आ रहे हैं जिन्ने कि शहरां दे आ रहे हैं। सो ये जिहड़ा लाइफ स्टाइल चेंज हो गया साडा, फिर अर्बनाइजेशन ज़्यादा हो गई है और साडा फॉल्टी हैबिट्स ऑफ डाइट है, फास्ट फूड्स हैं, इन्हां ते भी कंट्रोल करना, स्मोकिंग ते कंट्रोल करना और गुस्से च नहीं आना, स्ट्रैस मैनेजमेंट करना, ये भी असीं चाहते हैं कि हार्ट अटैक हार्ट बीमारियां दे लेटेस्ट ट्रीटमेंट दे नाल इन्हां ते भी काबू पाना बहुत जरूरी है। धन्यवाद। साडी टीम ने डॉक्टर वरुण मोहन जी नाल गलबात कीती, जो कि MD मेडिसन DM कार्डियोलॉजी सीनियर कंसल्टेंट इंटरवेंशनल कार्डियोलॉजिस्ट ने। हॉस्पिटल जो कि एक कम्बिनेशन है नया और पुराना, जिसमें डॉक्टर साहब का लंबा तजर्बा और आपकी नई जो इन्वेंशंस है जो आपने यहाँ सीख कर आए हैं और आपने अपनी स्माइल दी है, क्या कहना चाहेंगे कि कैसा हॉस्पिटल जो सारे अमृतसर में एक सेवाएं जो है अपनी पिछले लंबे समय से बहुत 30 साल से ये सेवाएं दे रहा है, क्या कहेंगे? पहली बात थैंक यू सो मच, आप अपने चैनल पे हमारी इंटरव्यू कर रहे हैं। हमारा हॉस्पिटल डॉक्टर आदर्श हार्ट एंड सुपर स्पेशलिटी हॉस्पिटल जो कि रतन सिंह चौक सर्कुलर रोड अमृतसर पे है, ये हार्ट की सारी सुविधाएं प्रदान कर रहा है और बड़े अफोर्डेबल रेट्स पे प्रदान कर रहा है। हर तरह के नॉन इन्वेजिव और इंटरवेंशन कार्डियोलॉजी के प्रोसीजर्स यहाँ पे हो रहे हैं और बाकी जो प्रिवेंटिव कार्डिक वर्कअप चेकअप्स ये सब हो रहे हैं। इसके अलावा हार्ट के अलावा बाकी सारी स्पेशलिटीज़ का भी यहाँ फैसिलिटीज़ अवेलेबल है। जैसा अगर हम हार्ट की बात करें, कोई ज़माना था कि जब किसी को हार्ट की प्रॉब्लम हो जाती थी तो सारा जो है परिवार है जो उसमें एक पैनिक हो जाता था, लेकिन आजकल बड़ा सिंपलिसिटी से लोग ले रहे हैं और हार्ट वाला जो जैसे जैसे मशीनरी नहीं आ रही है, आप डॉक्टर्स ने नए नए इन्वेंशंस की है, तो आप हार्ट का जो डेथ रेट है उसको बहुत कम कर दें। डेफिनेटली मोर्टेलिटी जो कार्डिक डिजीज़ की वजह से है वो तो काफ़ी डिक्लाइन की हैं, मेनली बिकॉज ऑफ गुड केयर एंड एडवांस्ड इंटरवेंशंस इन कार्डियोलॉजी। तो नो डाउट बिकॉज ऑफ द एडवांस टेक्निक्स मोर्टेलिटी काफ़ी कम है। और जैसा अगर हम बात करें कि जैसे गोल्डन पीरियड की बात करें तो लोग हैं जो वो कई बार वो गोल्डन पीरियड जो हार्ट अटैक के दौरान है उसको खो लेते हैं और अपने टोटकों में लग जाते हैं। क्या कहना चाहेंगे आप एज ए डॉक्टर की, जब भी आपको एंग्जाइटी हो या हार्ट के आपको लक्षण लगे तो क्या करना चाहिए? सबसे पहले जो कार्डिक सिम्टम्स होते हैं जैसे कि छाती में दर्द, सांस फूलना या हार्ट रेट बहुत तेज़ हो जाना, इन सबको लाइटली नहीं लेना चाहिए और हमेशा एक स्पेशलिस्ट को दिखाना चाहिए। इधर उधर जो RMPs इधर उधर छोटे डॉक्टर्स उधर ना भटकते रहें लोग, तो एक प्रॉपर स्पेशलिस्ट को दिखाया जाए। सबसे पहले जो हार्ट अटैक है वो इवन ECG पे ही डायग्नोज हो जाता है और उस हिसाब से हम
ट्रीटमेंट अगर टाइम पे शुरू कर दें तो काफ़ी मोर्टेलिटी में कमी हो जाती है। तो मैं तो यही कहूँगा लोगों को कि कोई भी कार्डियक सिम्टम्स को लाइटली ना लें और जो अपने नियरेस्ट स्पेशलिस्ट है उसको ज़रूर दिखाया जाए। डॉक्टर साहब, स्टंटिंग की जहाँ तक बात है, आजकल ये एक सिंपल प्रोसीजर बन चुका है स्टंटिंग का भी, और एंजियोग्राफी है जो वो भी एक बहुत ही मतलब वो वाली बातें नहीं रही पहले वाली। आजकल लोग जाते ही ऑपरेशन करा जाते हैं, उसके बारे में क्या कहना चाहिए? नो डाउट एंजियोग्राफी एक बेसिक मोडेलिटी है जो कि करने में हार्डली 5 मिनट भी नहीं लगते, और इन केस किसी को स्टेंटिंग की रिक्वायरमेंट है, आजकल सारे एडवांस्ड और लेटेस्ट स्टेंट्स हैं जिनमें कॉम्प्लिकेशन रेट्स बहुत ही कम हैं और करने में भी इजी हैं, तो नो डाउट डेफिनेटली एडवांस टेक्निक्स की वजह से अब ये इंटरवेंशंस करना आसान हो गया है। डॉक्टर साहब, आदर्श हॉस्पिटल जिसने पहले भी यहाँ आपकी पुरानी बिल्डिंग थी वहाँ पर भी, और अब नया जो सुपर स्पेशलिटी हॉस्पिटल खुला है उसमें हालांकि हॉस्पिटल नया है लेकिन वही डॉक्टर साहब का अंदाज और वही आप दोनों की, आपने जैसे अपने फादर को फॉलो कर रहे हैं, जैसे उनका इलाके में गाँव में जो प्यार बनाया हुआ था डॉक्टर साहब का कि कोई बात नहीं है, पैसे की कोई बात नहीं है, वही ढंग है जो यहाँ चल रहा है डेफिनेटली। और आप अपने फादर को फॉलो कर रहे हैं, और आपने ये बहुत बड़ी बात है कि आप दिल्ली से पढ़कर और अमृतसर भी आपने चूज किया, उसके बारे में क्या कहना चाहिए? डेफिनेटली बाहर से ट्रेनिंग ली है और अब इस एरिया को फुल सर्विसेज देने का हमारा प्लान है। ऐसा कितना का मजा आता है जब फादर के आकर लोग, फादर से की एज के कई लोग ज़्यादा कभी पैरी हाथ लगाते हैं, तो आपको कैसे मजा आता है कि मेरे फादर ने जो ये जो एम्पायर बनाया है, जो उसने मेहनत की है हार्ट के फील्ड में, और उनको तो मेरा ख्याल है सिम्टम्स वैसे ही जब भी वो जब ये इसी वगैरह ये जो मशीनें हैं नहीं आई थी, तो डॉक्टर साहब तो पहले कि सिम्टम्स उनको वो एक्सपीरियंस भी आप साथ में यूज़ करें? नहीं, उनका ऊपर हमारे हाथ ज़रूर है, सारे गाइड करते रहते हैं हमें, तो डेफिनेटली उनका तो आशीर्वाद और गाइडेंस तो हमेशा साथ रहेगी। डॉक्टर साहब, इस हॉस्पिटल में क्या क्या फैसिलिटीज अवेलेबल है पेशेंट्स के लिए? यहाँ पे हर तरह की कार्डियक फैसिलिटी सारी अवेलेबल है, बाकी हर तरह की सर्जरीज, ऑर्थो, जनरल सर्जरीज, गायनी सर्जरीज और ये सब अवेलेबल हैं, और जो बाकी स्पेशलिटीज़ हैं लाइक गैस्ट्रो, न्यूरोलॉजी, ये भी सारी अवेलेबल हैं। और उसके साथ साथ जो सबसे बड़ी बात है कि यहाँ अपनी लैब है, और इकोकार्डियोग्राफी की बात करें, टीएमटी की बात करें, तो सारा यहाँ उपलब्ध। हाँ, सारे नॉन इन्वेजिव, इन्वेजिव सब अवेलेबल है, जो कार्डियोलॉजी के रिलेटेड सब कुछ अवेलेबल है। और आईसीयू की बात करें, वेंटिलेटर की बात करें, 24 आवर सर्विसेज की बात करें, क्योंकि हार्ट के जो पेशेंट है वो टाइम तो कुछ है नहीं, रात को हो गया, और आप लोग 2 डॉक्टर होने के कारण कोई ना कोई मतलब जो है आप का डॉक्टर है, जब कोई ज़्यादा इमरजेंसी आ जाती है तो यहाँ हाजिर रहते। या 24 आवर्स अवेलेबिलिटी हमेशा यहाँ पे अवेलेबल है, कोई भी कार्डियक पेशेंट कभी भी अनअटेंडेड यहाँ से नहीं जाता। डॉक्टर साहब, क्या मैसेज रहेगा, जैसे आजकल जंक फूड्स हो गए हैं और बच्चों का जो सीडेटिव लाइफस्टाइल है, तो आने वाले समय में जैसे ये पहले हार्ट की जो प्रॉब्लम है वो आगे जाकर बढ़ती थी, कैसे 50 वाला काम, क्या लग रहा है आपको कि आज के समय में, तो मेरा ख्याल है कि आने वाले समय में ये बहुत ही एज भी इसकी भी कम हो? डेफिनेटली अब कोई हार्ट डिजीज की कोई एज नहीं रही। पहले हम सुनते थे कि ओल्ड एज में ये प्रॉब्लम्स होती हैं, बट आजकल इवन एज यंग एज 20 इयर्स में हम देखते हैं हार्ट अटैक्स की प्रॉब्लम हो रही है। मेनली इसका कारण एनवायरमेंटल कॉजेज बहुत हैं, फिर डाइटरी कॉजेज बहुत हैं। आजकल खाने पीने का जो यंग यूथ में जंक फूड की आदतें, ये सब कंट्रीब्यूट करती हैं। देन इसके अलावा कुछ हेरिडिटरी फैक्टर्स भी होते हैं जो कंट्रीब्यूट करते हैं। तो मैं तो यही कहूँगा कि सबसे पहले तो अपना लाइफस्टाइल मॉडिफिकेशन, जो बेसिक अपनी ईटिंग हैबिट्स, एक्सरसाइज, ये डेली फॉलो करना चाहिए प्रॉपरली। थैंक यू।